परमेश्वर की हज़ूरी विच बैठे सारे भैन भरावां नूं प्यार भरी जय मसीह दी। अज शाम के समय में आप परमेश्वर की हज़ूरी विच इकट्ठे होए हां। आओ अज दे दिन की किरपा दे लई परमेश्वर जी का धन्नवाद करते हुए प्रार्थना करिए। हालेलुया 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 हालेलुया। धन्नवाद 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 पिता परमेश्वर मसीह नासरी तुहाडा धन्नवाद करते हैं। तुहाडा शुक्र करते मेरे प्रभु जी, अज दे इस दिन की किरपा दे लई मेरे पिता परमेश्वर। दिन भर तुसीं सानूं संभाल के रखिया मेरे प्रभु जी। साडी आउण जाण विच साडी मदद ते सहायता कीती, तुहाडा धन्नवाद करते हैं प्रभु। तुहाडे पवित्र स्वर्गदूतां ने साडी राखी कीते मेरे पिता परमेश्वर। साडे रास्ते नूं सीधा कीता मेरे प्रभु जी। सारियां उलझनां परेशानियां मुश्किलां बीमारियां तो सानूं बचा के रखिया, तुहाडा धन्नवाद करते हैं प्रभु जी। असीं शाम के समय में तुहाडी हज़ूरी विच इकट्ठे हुंदे मेरे पिता। तुहाडे पाक वचन नूं पढ़न और सुनन लई जा रहे मेरे प्रभु जी। साडी मदद करना मेरे पिता कि दिता होया अज दा इह खास वचन साडे हिरदियां दे अंदर जमा हो जावे और साडे लई आशीष ते बरकत दा कारण बने। और कोई भी शैतान दी शक्ति इस सुंदर समय नूं साडे कोलों चुरा ना पावे। असीं इह मंगदे हां साडे प्रभु यीशु मसीह जी दे नाम विच, आमीन। अज आपां परमेश्वर दे वचन च जाणांगे। उपदेशक 12 दी 1 और 2 नंबर आयत नूं। अपनी जवानी दे दिनां विच अपने सिरजनहार नूं याद रख, इस तों पहिलां कि ਉਹ ਮਾੜੇ ਦਿਨ ਆਉਣ ਅਤੇ ਉਹ ਸਾਲ ਨੇੜੇ ਪਹੁੰਚਣ ਜਿਨ੍ਹਾਂ ਵਿੱਚ ਤੂੰ ਆਖੇਂਗਾ ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ। ਜਦ ਤੱਕ ਸੂਰਜ ਅਤੇ ਚਾਨਣ, ਚੰਦਰਮਾ ਅਤੇ ਤਾਰੇ ਹਨੇਰੇ ਨਹੀਂ ਹੁੰਦੇ ਅਤੇ ਮੀਂਹ ਵਰਨ ਤੋਂ ਬਾਅਦ ਬੱਦਲ ਮੁੜ ਆਉਣ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਵਾਨੀ ਦੇ ਦਿਨਾਂ ਦੇ ਵਿੱਚ ਆਪਣੇ ਕਰਤਾਰ ਨੂੰ ਯਾਦ ਰੱਖ, ਮਤਲਬ ਆਪਣੇ ਪਰਮੇਸ਼ਰ ਨੂੰ ਜਵਾਨੀ ਦੇ ਦਿਨਾਂ ਦੇ ਵਿੱਚ ਯਾਦ ਰੱਖ। ਕੀ ਕਹਿੰਦੇ ਕਿ ਉਹ ਸਾਲ ਨਾ ਆ ਜਾਣ ਕਿ ਜਦੋਂ ਆਖੇ ਤੂੰ ਮੈਨੂੰ ਖੁਸ਼ੀ ਨਹੀਂ ਹੈਗੀ। ਉਹ ਕਿਹੜਾ ਸਮਾਂ ਆ ਜਿਹਦੇ ਵਿੱਚ ਅਸੀਂ ਆਖਾਂਗੇ ਕਿ ਸਾਨੂੰ ਖੁਸ਼ੀ ਨਹੀਂ ਹੈਗੀ, ਜਾਂ ਫਿਰ ਉਹਨਾਂ ਨੇ ਜਵਾਨੀ ਦੇ ਦਿਨਾਂ ਦੀ ਹੀ ਗੱਲ ਕਿਉਂ ਕੀਤੀ ਹੈ, ਉਹ ਜਾਣਨ ਦੇ ਲਈ ਆਪਾਂ ਨੈਕਸਟ ਵਚਨ 'ਚ ਦੇਖਾਂਗੇ। ਉਪਦੇਸ਼ਕ ਦੀ ਪੋਥੀ 12 ਉਹਦੀ 3 ਨੰਬਰ ਆਇਤ ਨੂੰ। ਜਿਸ ਦਿਨ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਕੜੇ ਲੋਕ ਕੁੱਬੇ ਹੋ ਜਾਣ ਅਤੇ ਪੀਣ ਵਾਲੀਆਂ ਥੋੜ੍ਹੀਆਂ ਹੋਣ ਦੇ ਕਾਰਨ ਕੰਮ ਕਰਨਾ ਛੱਡ ਦੇਣ ਅਤੇ ਉਹ ਜੋ ਬਾਰੀਆਂ ਵਿੱਚੋਂ ਤੱਕਦੀਆਂ ਹਨ ਧੁੰਦਲੀਆਂ ਹੋ ਜਾਣ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਿ ਜਿਹੜੇ ਘਰ ਦੇ ਰਖਵਾਲੇ ਉਹ ਕੁੱਬੇ ਨਾ ਹੋ ਜਾਣ। ਮਤਲਬ ਕੀ ਆ ਕਿ ਅਸੀਂ ਬਜ਼ੁਰਗ ਨਾ ਹੋ ਜਾਈਏ। ਮਤਲਬ ਆਪਣੇ ਜਵਾਨੀ ਦੇ ਦਿਨਾਂ ਦੇ ਵਿੱਚ ਹੀ ਕਿਉਂ ਕਿਹਾ ਆ, ਕਿਉਂਕਿ ਬੁਢਾਪੇ ਦੇ ਵਿੱਚ ਕੀਤੀ ਹੋਈ ਭਗਤੀ ਇੱਕਦਮ ਵਿਅਰਥ ਹੈ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਕਿਉਂਕਿ ਜਿਹੜਾ ਜਵਾਨੀ ਦਾ ਸਮਾਂ ਹੁੰਦਾ ਨਾ, ਉਹਦੇ ਵਿੱਚ ਇਨਸਾਨ ਐਕਟਿਵ ਹੁੰਦਾ ਆ, ਉਹਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਆ, ਉਹ ਐਕਟਿਵ ਹੁੰਦਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਦਾ ਰਾਹ ਸੌਖਾ ਨਹੀਂ ਹੈਗਾ, ਉਹਦੇ ਵਿੱਚ ਬਹੁਤ ਮੁਸ਼ਕਿਲਾਂ ਔਰ ਪਰੇਸ਼ਾਨੀਆਂ ਆ। ਪਰ ਜਦ ਅਸੀਂ ਬੁਢਾਪੇ 'ਚ ਹੋਵਾਂਗੇ, ਅਸੀਂ ਖੁਦ ਹੀ ਕਮਜ਼ੋਰ ਹੋਵਾਂਗੇ, ਸਾਡਾ ਸਰੀਰ ਹੀ ਕਮਜ਼ੋਰ ਹੋਵੇਗਾ, ਤਾਂ ਆਤਮਾ ਨੂੰ ਕਿੱਦਾਂ ਤਾਕਤਵਰ ਬਣਾਵਾਂਗੇ। ਸਾਨੂੰ ਜਵਾਨੀ ਦੇ ਸਮੇਂ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਨ ਦੀ ਜ਼ਰੂਰਤ ਆ, ਕਿਉਂਕਿ ਜਦ ਅਸੀਂ ਇੱਕ ਬੂਟੇ ਨੂੰ ਆਪਣੇ ਬੁਢਾਪੇ ਦੇ ਸਮੇਂ 'ਚ ਲਾਵਾਂਗੇ ਅਤੇ ਜਦ ਤੱਕ ਉਹਨੇ ਫਲ ਦੇਣਾ ਆ, ਉਦੋਂ ਤੱਕ ਸਾਡੀ ਜ਼ਿੰਦਗੀ ਪੂਰੀ ਹੋ ਜਾਣੀ, ਅਸੀਂ ਉਹਦੇ ਫਲ ਹੀ ਨਹੀਂ ਖਾ ਪਾਵਾਂਗੇ। ਉਸੇ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਵੀ ਆਤਮਿਕ ਬੂਟੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਵਾਨੀ ਵੇਲੇ ਲਾਉਣਾ ਆ, ਤਾਂ ਕਿ ਜਦ ਅਸੀਂ ਬਜ਼ੁਰਗ ਹੋ ਜਾਈਏ, ਜਦ ਤੱਕ ਉਹ ਬੂਟਾ ਫਲਦਾਰ ਹੋ ਜਾਵੇ ਅਤੇ ਅਸੀਂ ਆਪਣੇ ਬੁਢਾਪੇ ਦੇ ਸਮੇਂ ਦੇ ਵਿੱਚ ਉਹਨਾਂ ਫਲਾਂ ਨੂੰ ਖਾ ਸਕੀਏ। ਕਿਉਂਕਿ ਜਦ ਪਰਮੇਸ਼ਰ ਦੇ ਵਚਨ ਸਾਡੇ ਅੰਦਰ ਹੋਣਗੇ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਆਖਰੀ ਸਮੇਂ ਦੇ ਵਿੱਚ ਉਹਦੀ ਸਿੱਖਿਆ ਦੇ ਸਕਦੇ ਹਾਂ। ਕਿਤੇ ਅਜਿਹਾ ਨਾ ਹੋਵੇ ਕਿ ਅਸੀਂ ਆਖਰੀ ਸਮੇਂ ਦੇ ਵਿੱਚ ਖੁਦ ਹੀ ਸਿੱਖਣ ਲੱਗੀਏ ਅਤੇ ਸਾਡੀ ਉਹ ਸਿੱਖਿਆ ਨਾ ਸਾਡੀ ਕੰਪਲੀਟ ਹੋਵੇ ਔਰ ਨਾ ਅਸੀਂ ਕਿਸੇ ਹੋਰ ਨੂੰ ਦੇ ਪਾਈਏ। ਕਿਉਂਕਿ ਪਰਮੇਸ਼ਰ ਦੇ ਰਾਹ ਇੰਨੇ ਸੌਖੇ ਨਹੀਂ ਹੈਗੇ ਔਰ ਉਹਨਾਂ ਨੂੰ ਜਾਣਨਾ, ਉਹਨਾਂ ਦੀ ਸਮਝ ਲੈਣੀ ਇੰਨੀ ਆਸਾਨ ਨਹੀਂ ਹੈਗੀ। ਇਸ ਲਈ ਸਾਨੂੰ ਆਪਣੇ ਜਵਾਨੀ ਦੇ ਦਿਨਾਂ ਵਿੱਚ, ਬਚਪਨ ਦੇ ਵਿੱਚ ਕਿਉਂ ਨਹੀਂ ਕਿਹਾ, ਕਿਉਂਕਿ ਬਚਪਨ ਵਿੱਚ ਸਾਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਹੁੰਦੀ, ਅਸੀਂ ਖੁਦ ਕਿਸੇ ਹੋਰ 'ਤੇ ਡਿਪੈਂਡ ਹੁੰਦੇ ਹਾਂ। ਪਰ ਜਵਾਨੀ ਵਿੱਚ ਅਸੀਂ ਇੰਡੀਪੈਂਡੈਂਟ ਹੁੰਦੇ ਹਾਂ, ਅਸੀਂ ਸਟਰੋਂਗ ਹੁੰਦੇ ਹਾਂ, ਅਸੀਂ ਸਟਰਗਲ ਵੀ ਕਰ ਸਕਦੇ ਹਾਂ, ਸਾਡਾ ਦਿਮਾਗ ਵੀ ਸ਼ਾਰਪ ਹੁੰਦਾ ਆ, ਸਾਨੂੰ ਕਿਸੇ ਹੋਰ 'ਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ। ਸਾਨੂੰ ਪਰਮੇਸ਼ਰ ਇੰਨਾ ਬਲ ਦਿੰਦਾ ਜਵਾਨੀ ਦੇ ਸਮੇਂ ਦੇ ਵਿੱਚ ਕਿ ਅਸੀਂ ਅਗਰ ਇਕੱਲੇ ਵੀ ਬਾਈਬਲ ਸਟੱਡੀ ਕਰਨ ਬਹਿੰਦੇ ਹਾਂ ਨਾ, ਤਾਂ ਸਾਨੂੰ ਹਰ ਇੱਕ ਅੱਖਰ ਦੀ ਸਮਝ ਆਵੇਗੀ। ਅਜਿਹਾ ਨਹੀਂ ਹੋਊਗਾ ਕਿ ਸਾਨੂੰ ਕਿਸੇ ਪਰਸਨ ਦੀ ਜ਼ਰੂਰਤ ਪਵੇਗੀ। ਪਰ ਬਚਪਨ ਦੇ ਸਮੇਂ ਦੇ ਵਿੱਚ ਅਸੀਂ ਇੱਕ ਸਟੋਰੀ ਦੇ ਟਾਈਪ ਪੜ੍ਹ ਤਾਂ ਲਵਾਂਗੇ, ਪਰ ਸਾਨੂੰ ਸਮਝ ਨਹੀਂ ਆਵੇਗੀ ਉਹਦਾ ਮਤਲਬ ਕੀ ਆ। ਪਰ ਬਜ਼ੁਰਗ ਜਦ ਅਸੀਂ ਹੋ ਜਾਵਾਂਗੇ ਤਾਂ ਸਾਨੂੰ ਉਹ ਪੜ੍ਹ ਹੀ ਨਹੀਂ ਹੋਊਗਾ, ਕਿਉਂਕਿ ਸਾਡੀਆਂ ਅੱਖਾਂ ਧੁੰਦਲੀਆਂ ਹੋ ਜਾਣਗੀਆਂ। ਕੀ ਕਹਿੰਦੇ, ਅਜਿਹਾ ਨਾ ਹੋਵੇ ਕਿ ਜਿਹੜੀਆਂ ਬਾਰੀ ਵਿੱਚੋਂ ਤੱਕਦੀਆਂ ਉਹ ਧੁੰਦਲੀਆਂ ਹੋ ਜਾਣ, ਮਤਲਬ ਤੁਹਾਡੀਆਂ ਅੱਖਾਂ ਧੁੰਦਲੀਆਂ ਨਾ ਹੋ ਜਾਣ ਕਿ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਹੀ ਨਾ ਸਕੋ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਕੁੱਬੇ ਹੋ ਜਾਓ, ਤੁਹਾਡੇ ਕਮਰ 'ਚ ਪ੍ਰੋਬਲਮ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦਾ ਵਚਨ ਲੈ ਕੇ ਬੈਠ ਹੀ ਨਾ ਪਾਓ। ਇਸ ਲਈ ਕੀ ਕਹਿੰਦੇ ਕਿ ਜਵਾਨੀ ਦੇ ਦਿਨਾਂ ਵਿੱਚ ਹੀ ਯਾਦ ਕਰ, ਕਿਉਂਕਿ ਜਵਾਨੀ ਦਾ ਸਮਾਂ ਪਰਫੈਕਟ ਟਾਈਮ ਹੁੰਦਾ ਇੱਕ ਬੂਟੇ ਨੂੰ ਬੀਜਣ ਦਾ, ਇੱਕ ਬੀਜ ਨੂੰ ਬੀਜਣ ਦਾ ਔਰ ਉਹਨੂੰ ਪਾਲਣ ਦਾ, ਕਿਉਂਕਿ ਉਦੋਂ ਅਸੀਂ ਐਕਟਿਵ ਹੁੰਦੇ ਹਾਂ।
ਉਸ ਸਮੇਂ ਜਦੋਂ ਸਾਨੂੰ ਜ਼ਰੂਰਤ ਹੁੰਦੀ ਆ ਉਸੇ ਵੇਲੇ ਅਸੀਂ ਖੜੇ ਹੋ ਸਕਦੇ ਹਾਂ। ਜੋ ਕੰਮ ਅਸੀਂ ਕਰਨਾ ਚਾਹੁੰਦੇ ਅਸੀਂ ਕਰ ਸਕਦੇ ਹਾਂ, ਹਰ ਇੱਕ ਕੰਮ ਅਸੀਂ ਕਰ ਸਕਦੇ ਹਾਂ। ਉਸੇ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਨ ਦੇ ਲਈ, ਆਪਣੇ ਆਪ ਨੂੰ ਰੈਡੀ ਕਰਨ ਦੇ ਲਈ, ਉਸ ਵਚਨ ਦੇ ਵਿੱਚ ਬੰਨਣ ਦੇ ਲਈ ਜਵਾਨੀ ਦਾ ਸਮਾਂ ਪਰਫੈਕਟ ਹੈ। ਨੈਕਸਟ ਵਚਨ 'ਚ ਦੇਖ, ਉਪਦੇਸ਼ਕ ਦੀ ਪੋਥੀ ਉਹਦੀ 12 ਨੰਬਰ ਅਧਿਆਇ ਦੀ 5 ਔਰ 7 ਨੰਬਰ ਆਇਤ ਨੂੰ। ਫਿਰ ਉਹ ਉਚਾਈਆਂ ਤੋਂ ਵੀ ਡਰਨਗੇ ਅਤੇ ਰਾਹ ਵਿੱਚ ਖੌਫ ਖਾਣਗੇ। ਬਦਾਮ ਦਾ ਬੂਟਾ ਫਲੇਗਾ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕ ਕਾਲ ਦੇ ਟਿਕਾਣੇ ਤੋਂ ਤੁਰ ਜਾਂਦਾ ਹੈ ਅਤੇ ਸੋਗ ਕਰਨ ਵਾਲੇ ਗਲੀ ਗਲੀ ਫਿਰਦੇ ਹਨ ਅਤੇ ਮਿੱਟੀ ਮਿੱਟੀ ਨਾਲ ਪਹਿਲਾਂ ਵਾਂਗ ਜਾ ਰਲੇ ਅਤੇ ਆਤਮਾ ਪਰਮੇਸ਼ਰ ਦੇ ਕੋਲ ਮੁੜ ਜਾਵੇ ਜਿਸ ਨੇ ਉਸ ਨੂੰ ਬਖਸ਼ਿਆ ਸੀ। ਹਾਲੇਲੂਇਆ। ਕੀ ਕਹਿੰਦੇ ਕਿ ਉਹ ਵੇਲਾ ਬੁਢਾਪੇ ਦਾ ਸਮਾਂ ਜਿਹੜਾ ਉਹ ਅਜਿਹਾ ਸਮਾਂ ਹੁੰਦਾ ਕਿ ਜਦੋਂ ਅਸੀਂ ਉਚਾਈ ਤੋਂ ਡਰਦੇ ਹਾਂ। ਕਿਹੜੀ ਉਚਾਈ ਤੋਂ? ਮਤਲਬ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਵਿੱਚ ਅੱਗੇ ਵੱਧਦੇ ਹਾਂ ਨਾ, ਅਸੀਂ ਉੱਪਰ ਨੂੰ ਜਾਂਦੇ ਹਾਂ ਅਤੇ ਸਾਨੂੰ ਡਰ ਨਹੀਂ ਹੁੰਦਾ, ਸਾਡੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ, ਸਾਨੂੰ ਲੱਗਦਾ ਕਿ ਸਾਡਾ ਪਰਮੇਸ਼ਰ ਸਾਨੂੰ ਬਚਾ ਸਕਦਾ, ਸਾਡੇ ਵਿੱਚ ਕੌਨਫੀਡੈਂਸ ਹੁੰਦਾ ਕਿ ਜੇ ਸਾਨੂੰ ਕੋਈ ਝਟਕਾ ਵੀ ਦਿੰਦਾ ਹੈ ਨਾ ਤਾਂ ਅਸੀਂ ਦੁਬਾਰਾ ਤੋਂ ਉੱਠ ਖੜੇ ਹੋ ਜਾਵਾਂਗੇ। ਪਰ ਜਦ ਉਸ ਵੇਲੇ ਬਜ਼ੁਰਗੇ ਮਨ ਦੇ ਵਿੱਚ ਸਾਡਾ ਮਨ ਵੀ ਕਮਜ਼ੋਰ ਹੋ ਜਾਂਦਾ, ਸਾਡੀ ਆਤਮਾ ਵੀ ਕਮਜ਼ੋਰ ਹੋ ਜਾਂਦੀ, ਸਾਡਾ ਸਰੀਰ ਵੀ ਵੀਕ ਹੋ ਜਾਂਦਾ। ਸਾਨੂੰ ਲੱਗਦਾ ਕਿ ਜੇ ਸਾਨੂੰ ਹੁਣ ਕੋਈ ਝਟਕਾ ਲੱਗਾ ਨਾ ਤਾਂ ਅਸੀਂ ਦੁਬਾਰਾ ਨਹੀਂ ਉੱਠ ਪਾਵਾਂਗੇ। ਕਹਿੰਦੇ ਬਦਾਮ ਦਾ ਬੂਟਾ ਫਲੇਗਾ, ਮਤਲਬ ਬੁਢਾਪੇ ਦੇ ਸਮੇਂ ਵਿੱਚ ਜੋ ਕੁਛ ਅਸੀਂ ਪੜਾਂਗੇ ਉਹਨੇ ਫਲ ਤਾਂ ਦੇਣਾ ਹੀ ਆ। ਪਰ ਕਹਿੰਦੇ ਉਸ ਵੇਲੇ ਟਿੱਡੀ ਵੀ ਅਗਰ ਬਦਾਮ ਦੇ ਬੂਟੇ 'ਤੇ ਬਹਿੰਦੀ ਹੈ ਨਾ, ਜਦੋਂ ਉਹਨੂੰ ਫਲ ਆਉਂਦਾ ਤਾਂ ਉਹ ਵੀ ਭਾਰੀ ਲੱਗਦੀ ਆ। ਮਤਲਬ ਅਗਰ ਤੁਸੀਂ ਬੁਢਾਪੇ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਭਗਤੀ ਨੂੰ ਸਿਰਫ ਸ਼ੁਰੂ ਕਰੋਗੇ ਤੇ ਸ਼ੁਰੂਆਤੀ ਧਾਰਮਿਕ ਜੀਵਨ ਵਿੱਚ ਤਾਂ ਬਹੁਤ ਵੱਡੀਆਂ ਮੁਸੀਬਤਾਂ ਆ, ਬਹੁਤ ਵੱਡੇ ਵੱਡੇ ਦੁੱਖ ਆਉਂਦੇ ਆ, ਕਿਉਂਕਿ ਪ੍ਰੀਖਿਆ ਹੁੰਦੀ ਆ ਔਰ ਸ਼ੈਤਾਨ ਵੀ ਸਾਨੂੰ ਉਸ ਰਾਸਤੇ ਤੋਂ ਭਟਕਾਉਣ ਦੇ ਲਈ ਸਾਡੇ ਮਨ ਵਿੱਚ ਬੁਰੇ ਖਿਆਲ ਲੈ ਕੇ ਆਉਂਦਾ, ਸਾਡੀ ਜ਼ਿੰਦਗੀ 'ਚ ਪ੍ਰੋਬਲਮਸ ਨੂੰ ਕ੍ਰੀਏਟ ਕਰਦਾ ਆ। ਪਰ ਕਹਿੰਦੇ ਉਸ ਵੇਲੇ ਅਸੀਂ ਸਹਿ ਲਵਾਂਗੇ, ਪਰ ਜੇ ਅਸੀਂ ਬੁਢਾਪੇ ਦੇ ਵਿੱਚ ਕਰਾਂਗੇ ਤੇ ਫਿਰ ਤਾਂ ਸਾਨੂੰ ਟਿੱਡੀ ਵੀ ਭਾਰੀ ਲੱਗਦੀ। ਉਸ ਵੇਲੇ ਤਾਂ ਮਤਲਬ ਥੋੜ੍ਹਾ ਜਿਹਾ ਕੰਮ ਕਰਨਾ ਵੀ ਸਾਨੂੰ ਮੁਸ਼ਕਿਲ ਲੱਗਦਾ ਤੇ ਫਿਰ ਪਰਮੇਸ਼ਰ ਦਾ ਇੰਨਾ ਮੁਸ਼ਕਿਲ ਕੰਮ ਅਸੀਂ ਕਿਵੇਂ ਕਰ ਲਾਂਗੇ। ਕਹਿੰਦੇ ਕਿ ਕਿਉਂਕਿ ਜੋ ਮਨੁੱਖ ਆਪਣੇ ਸਦੀਪਕ ਕਾਲ ਦੇ ਟਿਕਾਣੇ ਤੋਂ ਤੁਰ ਜਾਂਦਾ ਆ, ਮਤਲਬ ਜਦ ਸਾਡੇ ਕੋਲ ਸਦੀਪਕ ਕਾਲ ਪ੍ਰਾਪਤ ਕਰਨ ਦਾ ਸਮਾਂ ਜਵਾਨੀ ਦਾ ਹੀ ਆ, ਉਸ ਵੇਲੇ ਅਸੀਂ ਸਟਰੋਂਗ ਹੁੰਦੇ ਹਾਂ, ਉਸ ਵੇਲੇ ਆਪਾਂ ਇਹ ਸਭ ਕੁਛ ਕਰ ਸਕਦੇ ਹਾਂ। ਕਹਿੰਦੇ ਕਿ ਜਦੋਂ ਅਸੀਂ ਉਸ ਸਮੇਂ ਤੋਂ ਹੀ ਟਲ ਗਏ, ਜਦ ਅਸੀਂ ਉਸ ਸਮੇਂ ਦੇ ਵਿੱਚ ਪਹੁੰਚ ਗਏ ਜਦ ਸੋਗ ਕਰਨ ਵਾਲੇ ਗਲੀ ਗਲੀ ਫਿਰਨਗੇ, ਮਤਲਬ ਕਿ ਉਸ ਸਮੇਂ ਜਦ ਅਸੀਂ ਬਜ਼ੁਰਗ ਹੁੰਦੇ ਹਾਂ ਤੇ ਹਰ ਵੇਲੇ ਇਹੀ ਸੂਹ ਹੁੰਦੀ ਹੈ ਕਿ ਕਿਤੇ ਨਾ ਕਿਤੇ ਹਰ ਇੱਕ ਦੇ ਮਨ 'ਚ ਇਹ ਗੱਲ ਹੁੰਦੀ ਕਿ ਇਹ ਅੱਜ ਵੀ ਖਤਮ ਹੈ ਔਰ ਇਹ ਕੱਲ੍ਹ ਵੀ ਖਤਮ ਹੈ। ਮਤਲਬ ਸੋਗ ਕਰਨ ਵਾਲੇ ਗਲੀ ਗਲੀ ਫਿਰਨ ਦਾ ਮਤਲਬ ਕੀ ਹੁੰਦਾ ਕਿ ਆਪਣੀ ਜ਼ਿੰਦਗੀ ਦਾ ਦਿਨ ਕਿਸੇ ਵੀ ਵੇਲੇ ਖਤਮ ਹੋ ਸਕਦਾ। ਉਹ ਲੋਕ ਤਿਆਰ ਹੁੰਦੇ ਆ ਸੋਗ ਕਰਨ ਦੇ ਲਈ, ਮਤਲਬ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਉਸ ਵੇਲੇ ਸਾਡੀਆਂ। ਪਰ ਜਵਾਨੀ ਦੇ ਸਮੇਂ ਦੇ ਵਿੱਚ ਅਸੀਂ ਉਹਨੂੰ ਤਾਂ ਕਰਨਾ ਤਾਂ ਕਿ ਉਹਨਾਂ ਪਰੇਸ਼ਾਨੀਆਂ ਨੂੰ ਅਸੀਂ ਸਹਿ ਸਕੀਏ। ਬੁਢਾਪੇ ਵੇਲੇ ਅਸੀਂ ਦੁੱਖ ਨਹੀਂ ਸਹਿ ਸਕਦੇ। ਕਹਿੰਦੇ ਅਜਿਹਾ ਨਾ ਹੋ ਜਾਵੇ ਕਿ ਮਿੱਟੀ ਪਹਿਲਾਂ ਵਾਂਗ ਮਿੱਟੀ ਹੋ ਜਾਵੇ। ਕਿਹੜੀ ਮਿੱਟੀ ਦੀ ਗੱਲ ਹੋ ਰਹੀ ਹੈ ਇੱਥੇ? ਪਰਮੇਸ਼ਰ ਨੇ ਮਨੁੱਖ ਦੇ ਸਰੀਰ ਨੂੰ ਮਿੱਟੀ ਨਾਲ ਬਣਾਇਆ ਸੀ ਔਰ ਜਦੋਂ ਮਰ ਜਾਂਦਾ ਆ ਤੇ ਉਹਨੂੰ ਮਿੱਟੀ ਵਿੱਚ ਹੀ ਦਫਨਾ ਦਿੱਤਾ ਜਾਂਦਾ। ਕਹਿੰਦੇ ਅਜਿਹਾ ਨਾ ਹੋਵੇ ਕਿ ਇਸ ਮਿੱਟੀ ਨੂੰ ਜੋ ਪਰਮੇਸ਼ਰ ਨੇ ਘੜ ਕੇ ਇੰਨੀ ਸੁੰਦਰ ਮੂਰਤ ਬਣਾਈ ਆ, ਇਹ ਮਿੱਟੀ ਫਿਰ ਤੋਂ ਮਿੱਟੀ ਵਿੱਚ ਜਾ ਮਿਲੇ। ਕਿਤੇ ਅਜਿਹਾ ਨਾ ਹੋਵੇ ਕਿ ਤੁਹਾਨੂੰ ਸਮਾਂ ਨਾ ਮਿਲੇ ਪਰਮੇਸ਼ਰ ਦੇ ਨਾਮ ਵਿੱਚ ਜੁੜਨ ਦਾ। ਅੰਤ ਦੇ ਸਮੇਂ ਦੇ ਵਿੱਚ ਜਦ ਤੁਹਾਡਾ ਆਖਰੀ ਦਿਨ ਹੋਣਗੇ ਤੁਸੀਂ ਪਛਤਾਤਾਪ ਵੀ ਨਾ ਕਰ ਸਕੋ, ਤੁਹਾਨੂੰ ਮੌਕਾ ਹੀ ਨਾ ਮਿਲੇ ਉਸ ਪਛਤਾਤਾਪ ਕਰਨ ਦਾ। ਇਸ ਲਈ ਜਵਾਨੀ ਦੇ ਸਮੇਂ ਵਿੱਚ ਹੀ ਰੈਡੀ ਹੋ ਜਾਓ। ਕਹਿੰਦੇ ਅਜਿਹਾ ਨਾ ਹੋਵੇ ਕਿ ਜਿਹੜੀ ਆਤਮਾ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਆ ਉਹ ਮੁੜ ਕੇ ਪਰਮੇਸ਼ਰ ਕੋਲ ਹੀ ਚਲੀ ਜਾਵੇ, ਕਿਉਂਕਿ ਇਸ ਆਤਮਾ ਦੇ ਦੁਆਰਾ ਹੀ ਆਪਾਂ ਭਗਤੀ ਕਰਨੀ ਆ। ਸਾਡਾ ਮਨ ਕਰੂਗਾ ਤਾਂ ਸਾਡਾ ਸਰੀਰ ਰੈਡੀ ਕਰਨਾ। ਮਨ ਤਾਂ ਸਾਡਾ ਕਰਦਾ ਪਰ ਸਾਡਾ ਸਰੀਰ ਰੈਡੀ ਨਹੀਂ ਹੈਗਾ, ਤੇ ਬੁਢਾਪੇ ਵੇਲੇ ਤਾਂ ਵੈਸੇ ਹੀ ਸਾਡਾ ਸਰੀਰ ਸਾਥ ਨਹੀਂ ਦਿੰਦਾ। ਉਦੋਂ ਤਾਂ ਅਸੀਂ ਆਪਣੇ ਖੁਦ ਦੀ ਰੋਟੀ ਚੱਕ ਕੇ ਵੀ ਨਹੀਂ ਖਾ ਸਕਦੇ। ਉਸ ਵੇਲੇ ਸਾਨੂੰ ਇਸ ਭਗਤੀ ਆਰਾਧਨਾ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜਿਸ ਵੇਲੇ ਅਸੀਂ ਉਸ ਬੀਜ ਨੂੰ ਬੀਜਾਂਗੇ ਜਦ ਤੱਕ ਉਹਨੇ ਫਲ ਲਾਉਣਾ ਆ ਉਦ ਤੱਕ ਅਸੀਂ ਖਤਮ ਹੋ ਜਾਣਾ। ਉਹਦੇ ਫਲ ਕੋਈ ਹੋਰ ਵੀ ਨਹੀਂ ਖਾ ਸਕੂਗਾ, ਕਿਉਂਕਿ ਉਹ ਬੂਟਾ ਹੀ ਸੁੱਕ ਜਾਣਾ ਆ। ਕਿਉਂਕਿ ਨਾ ਤਾਂ ਉਹਨੂੰ ਪੂਰੀ ਖਾਦ ਮਿਲਣੀ ਆ, ਨਾ ਉਹਨੂੰ ਪਾਣੀ ਮਿਲਣਾ ਆ, ਉਹਨੇ ਖਤਮ ਹੋ ਜਾਣਾ, ਉਹ ਕਿਸੇ ਦੇ ਵੀ ਕੰਮ ਨਹੀਂ ਆਉਣਾ। ਇਸ ਲਈ ਜਵਾਨੀ ਦੇ ਸਮੇਂ ਦੇ ਵਿੱਚ ਉਸ ਵਚਨ ਦੇ ਬੂਟੇ ਨੂੰ ਆਪਣੇ ਅੰਦਰ ਬੀਜੋ ਔਰ ਉਹਨਾਂ ਆਤਮਿਕ ਫਲਾਂ ਦੇ ਨਾਲ ਅਜਿਹੇ ਭਰਪੂਰ ਹੋਵੋ ਕਿ ਤੁਸੀਂ ਅੰਤ ਦੇ ਸਮੇਂ ਵਿੱਚ ਉਹਨਾਂ ਫਲਾਂ ਨੂੰ ਇਸਤੇਮਾਲ ਕਰ ਸਕੋ। ਤੁਹਾਡੇ ਵਿੱਚ ਧੀਰਜ ਹੋਵੇ, ਅੰਤ ਦੇ ਸਮੇਂ ਵੀ ਤੁਹਾਨੂੰ ਉਹ ਟਿੱਡੀ ਦਾ ਭਾਰ ਨਾ ਲੱਗੇ, ਬਲਕਿ ਤੁਸੀਂ ਉਹਨਾਂ ਫਲਾਂ ਨੂੰ, ਜਿਹੜੇ ਫਲ ਤੁਸੀਂ ਆਪਣੇ ਉਸ ਵ੍ਰਿਸ਼ ਤੋਂ ਲਏ ਸੀ, ਉਹਨਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਵੀ ਦੇ ਕੇ ਜਾਓ, ਆਪਣੀ ਅੰਸ਼ ਨੂੰ ਵੀ ਦੇ ਕੇ ਜਾਓ, ਤਾਂ ਕਿ ਉਹਨਾਂ ਦੀਆਂ ਜੜ੍ਹਾਂ ਵੀ ਮਜ਼ਬੂਤ ਹੋਣ ਔਰ ਉਹ ਵੀ ਤੁਹਾਡੇ ਵਾਂਗੂ ਫਲਦਾਰ ਹੋਣ। ਹਾਲੇਲੂਇਆ। ਇਸ ਲਈ ਸਾਡੇ ਲਈ ਇਹੀ ਪ੍ਰੋਪਰ ਟਾਈਮ ਆ, ਇਹੀ ਸਹੀ ਸਮਾਂ ਆ ਉਸ ਫਲ ਨੂੰ ਬੀਜਣ ਦੇ ਲਈ।
ਇਸ ਜਵਾਨੀ ਦੇ ਸਮੇਂ ਦੇ ਵਿੱਚ ਹੀ ਉਹ ਸਮਾਂ ਆ ਜਦ ਅਸੀਂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਹਾਂ ਔਰ ਪਰਮੇਸ਼ਰ ਦੇ ਉਸ ਦਿੱਤੇ ਹੋਏ ਇਸ ਮਿੱਟੀ ਦੇ ਵਰਦਾਨ ਨੂੰ, ਜੋ ਮਿੱਟੀ ਦਾ ਸ਼ਰੀਰ ਪਰਮੇਸ਼ਰ ਨੇ ਸਾਨੂੰ ਬਣਾ ਕੇ ਦਿੱਤਾ ਨਾ, ਇਹਨੂੰ ਮਿੱਟੀ ਵਿੱਚ ਮਿਲਣ ਤੋਂ ਪਹਿਲਾਂ ਇਹਦੇ ਤੋਂ ਇੱਕ ਅਜਿਹਾ ਫਲ ਤਿਆਰ ਕਰਨਾ ਕਿ ਜਿਹਦੇ ਫਲਾਂ ਨਾਲ ਸਿਰਫ ਅਸੀਂ ਨਹੀਂ ਬਲਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਰੱਜ ਜਾਣ। ਹਾਲੇਲੂਇਆ। ਤੇ ਆਓ ਅੱਜ ਆਪਾਂ ਇਸ ਖਾਸ ਵਚਨ ਦੇ ਦੁਆਰਾ ਆਪਣੇ ਇਸ ਜਵਾਨੀ ਦੇ ਸਮੇਂ ਨੂੰ ਸਫਲ ਬਣਾਉਣ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਮਹਾਨ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ, 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 ਧੰਨਵਾਦ ਪ੍ਰਭੂ ਯਿਸੂ, ਤੁਹਾਡਾ ਧੰਨਵਾਦ। ਹਾਲੇਲੂਇਆ, 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 ਹਾਲੇਲੂਇਆ। ਪ੍ਰੇਜ਼ ਸਲਾਤ ਲਵ ਗੁੱਡ ਜੀਸਸ, ਥੈਂਕ ਯੂ ਸਮਲ ਵਾਸਪਿੰਗ ਟੂ ਦੀ ਜੀਸਸ ਪਾਵਰ। ਹਾਲੇਲੂਇਆ। ਪਿਤਾ ਮੈਂ ਤੁਹਾਡੇ ਸਾਮਰਥੀ ਨਾਮ ਵਿੱਚ ਪਿਤਾ ਅੱਜ ਦੀ ਸ਼ਾਮ ਲਈ ਤੁਹਾਡਾ ਧੰਨਵਾਦ ਕਰਦਾ ਪਿਤਾ ਪਰਮੇਸ਼ਰ। ਤੁਸੀਂ ਮਹਾਨ ਹੋ ਪ੍ਰਭੂ ਯਿਸੂ ਰਾਜਾ। ਅੱਜ ਦੀ ਸ਼ਾਮ ਪਿਤਾ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਏ ਪ੍ਰਭੂ ਯਿਸੂ ਰਾਜਾ। ਤੁਸੀਂ ਮਹਾਨ ਹੋ ਪ੍ਰਭੂ ਯਿਸੂ। ਅੱਜ ਜਿੰਨੇ ਤੁਹਾਡੇ ਬੱਚੇ ਬੱਚੀਆਂ ਪਿਤਾ ਪਰਮੇਸ਼ਰ ਅੱਜ ਦੇ ਨਵਚਨਾਂ ਨੂੰ ਪਿਤਾ ਪਰਮੇਸ਼ਰ ਸੁਣ ਰਹੇ ਪ੍ਰਭੂ ਯਿਸੂ, ਉਹਨਾਂ ਨੂੰ ਆਪਣੀ ਸਾਮਰਥ, ਆਪਣੇ ਅਭਿਸ਼ੇਕ ਨਾਲ ਪਿਤਾ ਪਰਮੇਸ਼ਰ ਆਪਣੇ ਅਨੁਗ੍ਰਹਿ ਦੇ ਵਿੱਚ ਬਲੈਸ ਕਰੋ ਪਿਤਾ ਪਰਮੇਸ਼ਰ, ਤਾਂ ਜੋ ਪਿਤਾ ਤੁਹਾਡੇ ਬੱਚੇ ਪ੍ਰਭੂ ਹਰ ਘੜੀ, ਹਰ ਪਲ ਤੇ ਹਰ ਸਮੇਂ ਪਿਤਾ ਤੁਹਾਡੇ ਨਾਮ ਵਿੱਚ ਵਧਣ ਤੇ ਤਰੱਕੀ ਕਰਨ ਪਿਤਾ। ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਆ, ਇਹ ਸਾਰੇ ਥੱਕੇ ਤੇ ਭਾਰੇ ਦੱਬੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਗਾ ਪਿਤਾ। ਬਹੁਤ ਸਾਰੇ ਤੁਹਾਡੇ ਬੱਚੇ ਇਹੋ ਜਿਹੇ ਪਿਤਾ ਜੋ ਬਹੁਤ ਥੱਕੇ ਹੋਏ ਆ ਪ੍ਰਭੂ ਔਰ ਸ਼ੈਤਾਨ ਦੇ ਜਕੜੇ ਪ੍ਰਭੂ ਯਿਸੂ ਰਾਜਾ। ਆਪਣੇ ਇਹਨਾਂ ਬੱਚਿਆਂ ਨੂੰ ਪਿਤਾ ਸਾਰੀਆਂ ਸ਼ਕਤੀਆਂ ਤੋਂ, ਉਲਝਣਾ, ਪਰੇਸ਼ਾਨੀਆਂ, ਸਮੱਸਿਆਵਾਂ ਦਾ ਸਾਥ ਕਰੋ ਪਿਤਾ ਪਰਮੇਸ਼ਰ ਅੱਜ ਦੇ ਵਚਨਾਂ ਦੇ ਦੁਆਰਾ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਆਪਣੇ ਅੱਜ ਦੇ ਨਾਲ ਸੰਦੇਸ਼ਾਂ ਦੇ ਵਿੱਚ ਕਿਹਾ ਆ ਕਿ ਜੋ ਚੀਜ਼ਾਂ ਇਨਸਾਨ ਦੇ ਅੰਦਰ ਜਾਂਦੀਆਂ ਆ ਉਹ ਨਹੀਂ ਬਲਕਿ ਜੋ ਅੰਦਰੋਂ ਨਿਕਲਦੀਆਂ ਆ ਉਹ ਇਨਸਾਨ ਨੂੰ ਪ੍ਰੇਸ਼ਟ ਕਰ ਦਿੰਦੀਆਂ ਆ, ਇਨਸਾਨ ਨੂੰ ਨਰਕ ਦੇ ਵਿੱਚ ਲੈ ਕੇ ਚਲੀਆਂ ਜਾਂਦੀਆਂ ਆ ਔਰ ਇਨਸਾਨ ਨੂੰ ਉਹਨਾਂ ਦੀ ਜ਼ਿੰਦਗੀ ਤੋਂ ਪਿਤਾ ਪਰਮੇਸ਼ਰ, ਉਹਨਾਂ ਦੇ ਜੀਵਨ ਦੇ ਪਿਤਾ ਪਰਮੇਸ਼ਰ ਪਿੱਛੇ ਹਟਾ ਦਿੰਦੀਆਂ ਆ। ਕਿਉਂਕਿ ਪਿਤਾ ਪਰਮੇਸ਼ਰ ਬਹੁਤ ਇਹੋ ਜਿਹੇ ਇਨਸਾਨ ਆ ਪ੍ਰਭੂ ਜੋ ਅੱਜ ਦੇ ਦਿਨ ਨੂੰ ਨਹੀਂ ਦੇਖ ਸਕੇ ਪਿਤਾ, ਆਪਣੇ ਜੀਵਨ ਨੂੰ ਪਿਤਾ ਪਰਮੇਸ਼ਰ ਉਹਨਾਂ ਨੇ ਆਤਮ ਹੱਤਿਆ ਦੇ ਵਿੱਚ ਖਤਮ ਕਰ ਦਿੱਤਾ ਪਿਤਾ। ਔਰ ਬਹੁਤ ਸਾਰੇ ਇਹੋ ਜਿਹੇ ਲੋਕ ਆ ਪਿਤਾ ਪਰਮੇਸ਼ਰ ਜੋ ਆਪਣੇ ਜੀਵਨ ਨੂੰ ਪਿਤਾ ਪਰਮੇਸ਼ਰ ਨਸ਼ੇ ਦੇ ਵਿੱਚ ਬਰਬਾਦ ਕਰ ਰਹੇ ਆ ਪਿਤਾ ਪਰਮੇਸ਼ਰ। ਬਹੁਤ ਇਹੋ ਜਿਹੇ ਇਨਸਾਨ ਆ ਪ੍ਰਭੂ ਜੋ ਆਪਣੇ ਮਾਈਂਡ ਦੇ ਵਿੱਚ ਪਿਤਾ ਗਲਤ ਵਿਚਾਰਾਂ ਦੇ ਦੁਆਰਾ ਪਿਤਾ ਪਰਮੇਸ਼ਰ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਆ ਮੇਰੀ ਹਵਾ ਪਰਮੇਸ਼ਰ। ਉਹਨਾਂ ਸਾਰੇ ਪਿਤਾ ਪਰਮੇਸ਼ਰ ਤੁਹਾਡੇ ਲੋਕਾਂ ਨੂੰ ਪਿਤਾ ਜੋ ਆਪਣੇ ਜੀਵਨ ਦੀ ਬਰਬਾਦੀ ਕਰ ਰਹੇ ਪਿਤਾ ਪਰਮੇਸ਼ਰ ਤੁਹਾਡੇ ਸਾਮਰਥ ਨਾਲ ਬਲੈਸ ਕਰਦਾ ਪਿਤਾ ਪਰਮੇਸ਼ਰ। ਔਰ ਪਿਤਾ ਤੁਹਾਡੇ ਅਨੁਗ੍ਰਹਿ ਦੇ ਦੁਆਰਾ ਪਿਤਾ ਉਹ ਆਪਣੀ ਗੰਦਗੀ ਭਰੀ ਜ਼ਿੰਦਗੀ ਤੋਂ ਬਾਹਰ ਆ ਜਾਣ ਪਿਤਾ ਔਰ ਤੁਹਾਡੇ ਸਾਮਰਥੀ ਨਾਂ ਦੇ ਵਿੱਚ ਤੁਹਾਡੇ ਵਚਨਾਂ ਦੇ ਵਿੱਚ ਪ੍ਰਵੇਸ਼ ਕਰਨ ਪਿਤਾ ਔਰ ਆਪਣੇ ਜੀਵਨ ਨੂੰ ਪਿਤਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਪ੍ਰਭੂ ਉਸੇ ਤਰ੍ਹਾਂ ਬਤੀਤ ਕਰਨ ਪਿਤਾ ਪਰਮੇਸ਼ਰ ਔਰ ਜਾਣ ਲੈਣ ਪਿਤਾ ਤੁਸੀਂ ਹੀ ਸਾਡੇ ਸਿਉਂ ਪਰਮੇਸ਼ਰ ਹੋ ਪ੍ਰਭੂ। ਤੁਸੀਂ ਹਰ ਸ਼ੈਤਾਨ ਦੀਆਂ ਸ਼ਕਤੀਆਂ ਤੋਂ, ਹਰ ਪ੍ਰਕਾਰ ਦੀਆਂ ਬੁਰੀਆਂ ਨਾਨਕਾਂ ਦਾ ਸਾਥ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ। ਰਹਿਮ ਕਰਨਾ, ਦਇਆ ਕਰਨਾ ਪਿਤਾ, ਤੁਹਾਡੇ ਦਾਸ ਦਾ ਪ੍ਰਾਰਥਨਾ ਕਰਨਾ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ, ਸਾਰੀਆਂ ਸ਼ਕਤੀਆਂ ਦਾ ਸਾਥ ਮੈਂ ਤੁਹਾਡਾ ਸਾਮਰਥੀ ਨਾਲ ਲੈ ਕੇ ਮੰਗਦਾ। ਆਮੀਨ, ਆਮੀਨ।